ਸਤਿਕਾਰਯੋਗ ਮਾਨਯੋਗ ਸਮੂਹ ਕ੍ਰਿਸਚਨ ਯਿਸੂ ਮਸੀਹ ਜੀ ਦੇ ਸ਼ਰਧਾਲੂਓ, ਗਿਆਨੀ ਬਲਵੀਰ ਸਿੰਘ ਸ਼ੌਂਕੀ ਦਾ ਸਲਾਮ ਪ੍ਰਵਾਨ ਕਰੋ ਜੀ। ਆਪ ਸਭ ਨੂੰ ਅੱਜ ਦੇ ਸ਼ੁਭ ਅਵਸਰ ਯਿਸੂ ਜੀ ਦੇ ਆਗਮਨ ਪੁਰਬ ਵੱਡੇ ਦਿਨ ਦੀਆਂ ਲੱਖ ਲੱਖ ਮੁਬਾਰਕਾਂ, ਸ਼ੁਭ ਕਾਮਨਾਵਾਂ, ਵਧਾਈਆਂ ਜੀ। ਅੱਜ ਦਿਨ ਐਤਵਾਰ 26 ਦਸੰਬਰ 2021। ਸਰਵਨ ਕਰੋ ਇਤਿਹਾਸਕ ਪੱਖ। ਸਾਇੰਸਦਾਨਾਂ ਦਾ ਮਤ ਹੈ ਕਿ 10 ਲੱਖ ਸਾਲ ਮਨੁੱਖ ਪੈਦਾ ਹੋਏ ਨੂੰ ਹੋ ਗਏ ਹੋਣਗੇ, ਪਰ ਮਨੁੱਖੀ ਇਤਿਹਾਸ ਅਸਾਂ ਕੋਲ ਕਰੀਬ 6,500 ਸਾਲ ਤੋਂ ਵੱਧ ਦਾ ਮੌਜੂਦ ਨਹੀਂ ਹੈ। ਜੈਸੇ ਕਿ ਜੈਨ ਧਰਮ ਰਾਮਚੰਦਰ ਦੇ ਜਨਮ ਤੋਂ ਵੀ ਪਹਿਲੇ ਦਾ ਆਰੰਭ ਹੋਇਆ ਹੈ, ਪਰ ਇਸ ਦੀ ਆਰੰਭਤਾ ਵੀ 6,500 ਸਾਲ ਤੋਂ ਵੱਧ ਦੀ ਨਹੀਂ ਹੈ। ਬਾਈਬਲ ਅਨੁਸਾਰ ਪਹਿਲਾ ਮਨੁੱਖ ਆਦਮ ਜੀ ਸੀ ਅਤੇ ਇਸੇ ਤੋਂ ਮਨੁੱਖਤਾ ਦਾ ਆਰੰਭ ਹੋਇਆ ਮੰਨਿਆ ਗਿਆ ਹੈ, ਪਰ ਆਦਮ ਜੀ ਦਾ ਜਨਮ ਵੀ ਅੱਜ ਤੋਂ 6,500 ਸਾਲ ਤੋਂ ਵੱਧ ਦਾ ਨਹੀਂ ਹੈ। ਜੈਸਾ ਕਿ ਪਵਿੱਤਰ ਬਾਈਬਲ ਦੇ ਆਧਾਰ 'ਤੇ ਇਤਿਹਾਸਕ ਪੱਖ ਇਸ ਪ੍ਰਕਾਰ ਹੈ, ਵਰਣਨ ਕਰਦਾ ਹਾਂ। ਸਰਵਨ ਕਰੋ। ਪਵਿੱਤਰ ਬਾਈਬਲ ਦਾ ਪ੍ਰਕਰਨ ਉਤਪਤੀ। ਵੱਡਾ ਬਚਨ 5, ਛੋਟਾ ਬਚਨ 2। ਆਦਮ ਜੀ 130 ਸਾਲ ਦੇ ਹੋਏ ਤਾਂ ਛੋਟਾ ਬਚਨ 3 ਕਹਿੰਦਾ ਹੈ ਸੇਤ ਦਾ ਜਨਮ ਹੋਇਆ। ਸੇਤ 150 ਸਾਲ ਦੇ ਹੋਏ ਤਾਂ ਛੋਟਾ ਬਚਨ 6 ਅਨੋਸ ਦਾ ਜਨਮ ਦੱਸਦਾ ਹੈ। ਅਨੋਸ 90 ਸਾਲ ਦਾ ਹੋਇਆ ਅਤੇ ਛੋਟਾ ਬਚਨ 9 ਕੇਨਾਨ ਦਾ ਜਨਮ ਕਹਿੰਦਾ ਹੈ। ਕੇਨਾਨ 70 ਸਾਲ ਦਾ ਹੋਇਆ ਅਤੇ ਛੋਟਾ ਬਚਨ 12 ਮਹਾਲਲੇਲ ਦਾ ਜਨਮ ਦੱਸਦਾ ਹੈ। ਮਹਾਲਲੇਲ 65 ਸਾਲ ਦਾ ਹੋਇਆ ਤਾਂ ਛੋਟਾ ਬਚਨ 15 ਜਰਦ ਦਾ ਜਨਮ ਕਹਿੰਦਾ ਹੈ। ਜਰਦ 162 ਸਾਲ ਦਾ ਹੋਇਆ ਅਤੇ ਛੋਟਾ ਬਚਨ 18 ਹਨੋਕ ਦਾ ਜਨਮ ਦੱਸਦਾ ਹੈ। ਹਨੋਕ 65 ਸਾਲ ਦਾ ਹੋਇਆ ਅਤੇ ਛੋਟਾ ਬਚਨ 21 ਮਥੂਸਲੇ ਦਾ ਜਨਮ ਦੱਸਦਾ ਹੈ। ਮਥੂਸਲਾ 187 ਸਾਲ ਦਾ ਹੋਇਆ ਅਤੇ ਛੋਟਾ ਬਚਨ 25 ਲਾਮਕ ਦਾ ਜਨਮ ਦੱਸਦਾ ਹੈ। ਲਾਮਕ 182 ਸਾਲ ਦਾ ਹੋਇਆ ਤਾਂ ਛੋਟਾ ਬਚਨ 29 ਨੂਹ ਦਾ ਜਨਮ ਕਹਿੰਦਾ ਹੈ। ਨੂਹ 500 ਸਾਲ ਦਾ ਹੋਇਆ ਅਤੇ ਛੋਟਾ ਬਚਨ 32 ਸੇਮ ਦਾ ਜਨਮ ਹੋਇਆ ਦੱਸਦਾ ਹੈ। ਇੱਥੋਂ ਤੱਕ ਵੱਡਾ ਬਚਨ 5 ਹੀ ਚੱਲਿਆ ਅਤੇ ਛੋਟੇ ਬਚਨ ਬਦਲਦੇ ਰਹੇ। ਅੱਗੇ ਵੱਡਾ ਬਚਨ 11 ਅਤੇ ਛੋਟਾ ਬਚਨ 10 ਦੱਸ ਰਿਹਾ ਹੈ ਕਿ ਸੇਮ ਜਦੋਂ 100 ਸਾਲ ਦਾ ਹੋਇਆ ਤਾਂ ਇਸ ਦੇ ਘਰ ਅਰਪਕਸ਼ਦ ਦਾ ਜਨਮ ਹੋਇਆ। ਅਰਪਕਸ਼ਦ ਜਦੋਂ 35 ਸਾਲ ਦਾ ਹੋਇਆ ਅਤੇ ਛੋਟਾ ਬਚਨ 12 ਸਲੇਹ ਦਾ ਜਨਮ ਦੱਸਦਾ ਹੈ। ਸਲੇਹ ਜਦੋਂ 30 ਸਾਲ ਦਾ ਹੋਇਆ ਅਤੇ ਛੋਟਾ ਬਚਨ 14 ਏਬਰ ਦਾ ਜਨਮ ਕਹਿੰਦਾ ਹੈ। ਏਬਰ ਜਦੋਂ 34 ਸਾਲ ਦਾ ਹੋਇਆ ਅਤੇ ਛੋਟਾ ਬਚਨ 16 ਪਲੱਗ ਦਾ ਜਨਮ ਦੱਸ ਰਿਹਾ ਹੈ। ਪਲੱਗ ਜਦੋਂ 30 ਸਾਲ ਦਾ ਹੋਇਆ ਅਤੇ ਛੋਟਾ ਬਚਨ 18 ਰੌ ਦਾ ਜਨਮ ਦੱਸਦਾ ਹੈ। ਰੌ ਜਦੋਂ 32 ਸਾਲ ਦਾ ਹੋਇਆ ਅਤੇ ਛੋਟਾ ਬਚਨ 20 ਸਰੂਗ ਦਾ ਜਨਮ ਕਹਿ ਰਿਹਾ ਹੈ। ਸਰੂਗ ਜਦੋਂ 30 ਸਾਲ ਦਾ ਹੋਇਆ ਅਤੇ ਛੋਟਾ ਬਚਨ 22 ਨਾਹੋਰ ਦਾ ਜਨਮ ਦੱਸ ਰਿਹਾ ਹੈ। ਨਾਹੋਰ ਜਦੋਂ 29 ਸਾਲ ਦਾ ਹੋਇਆ ਅਤੇ ਛੋਟਾ ਬਚਨ 24 ਤਾਰੇ ਦਾ ਜਨਮ ਕਹਿੰਦਾ ਹੈ। ਤਾਰਾ ਜਦੋਂ 70 ਸਾਲ ਦਾ ਹੋਇਆ ਅਤੇ ਛੋਟਾ ਬਚਨ 26 ਅਬਰਾਹਾਮ ਦਾ ਜਨਮ ਦੱਸਦਾ ਹੈ। ਇੱਥੋਂ ਤੱਕ ਵੱਡਾ ਬਚਨ 11 ਹੀ ਰਿਹਾ ਅਤੇ ਛੋਟਾ ਬਚਨ ਬਦਲਦਾ ਰਿਹਾ। ਹੁਣ ਵੱਡਾ ਬਚਨ 21 ਅਤੇ ਛੋਟਾ ਬਚਨ 5 ਅਬਰਾਹੀਮ ਜਦੋਂ 100 ਸਾਲ ਦਾ ਹੋਇਆ ਅਤੇ ਇਸਹਾਕ ਦਾ ਜਨਮ ਦੱਸਦਾ ਹੈ। ਇਸਹਾਕ ਜਦੋਂ 60 ਸਾਲ ਦਾ ਹੋਇਆ ਅਤੇ ਵੱਡਾ ਬਚਨ 25 ਅਤੇ ਛੋਟਾ ਬਚਨ 26 ਯਾਕੂਬ ਜੀ ਦਾ ਜਨਮ ਦੱਸ ਰਿਹਾ ਹੈ। ਇਹ ਕਿਤਨੇ ਚਿਰ ਦਾ ਸੀ ਜਦੋਂ ਪੁੱਤਰ ਹੋਇਆ? ਨਹੀਂ ਉਮਰ ਮਿਲੀ, ਪਰ ਵੱਡਾ ਬਚਨ 29 ਅਤੇ ਛੋਟਾ ਬਚਨ ਲੇਵੀ ਦਾ ਜਨਮ ਦੱਸਦਾ ਹੈ। ਅਤੇ ਇੱਥੇ ਜਾ ਕੇ ਪ੍ਰਕਰਨ ਉਤਪਤੀ ਖਤਮ ਹੋ ਜਾਂਦਾ ਹੈ
ਅਤੇ ਪ੍ਰਕਰਣ ਕੂਚ ਚੱਲਦਾ ਹੈ। ਕੂਚ ਦਾ ਵੱਡਾ ਬਚਨ 6, ਛੋਟਾ ਬਚਨ 16। ਕਹਾਤ ਦਾ ਜਨਮ ਕਹਿ ਰਿਹਾ ਹੈ। ਇਸ ਦੀ ਵੀ ਉਮਰ ਕਿਤਨੀ ਸੀ ਜਦੋਂ ਪੁੱਤਰ ਹੋਇਆ, ਨਹੀਂ ਮਿਲੀ। ਫਿਰ ਛੋਟਾ ਬਚਨ 6 ਅਤੇ ਵੱਡਾ ਬਚਨ 18। ਅਮਰਾਮ ਦਾ ਜਨਮ ਕਹਿੰਦਾ ਹੈ। ਇਸ ਦੀ ਵੀ ਉਮਰ ਨਹੀਂ ਮਿਲੀ ਜਦੋਂ ਪੁੱਤਰ ਹੋਇਆ। ਛੋਟਾ ਬਚਨ 6 ਅਤੇ ਵੱਡਾ ਬਚਨ 20 ਮੂਸਾ ਜੀ ਦਾ ਜਨਮ ਦੱਸਦਾ ਹੈ। ਯਾਕੂਬ ਜੀ ਤੋਂ ਪਿਛਲੀਆਂ 4 ਪੀੜ੍ਹੀਆਂ 259 ਸਾਲਾਂ ਵਿੱਚ ਭੁਗਤੀਆਂ ਹਨ। ਯਾਕੂਬ ਜੀ ਸਮੇਤ 4 ਪੀੜ੍ਹੀਆਂ ਅਗਲੀਆਂ ਜਿਨ੍ਹਾਂ ਦੀ ਉਮਰ ਨਹੀਂ ਮਿਲ ਸਕੀ। ਅਨੁਮਾਨ ਅਨੁਸਾਰ 259 ਸਾਲ ਹੀ ਮੰਨ ਕੇ ਜਮ੍ਹਾਂ ਕਰ ਦਈਏ ਤਾਂ ਜਵਾਬ ਮਿਲਿਆ ਕਿ ਆਦਮ ਜੀ ਦੇ ਜਨਮ ਸਾਲ ਤੋਂ ਮੂਸਾ ਜੀ ਦਾ ਜਨਮ 2410ਵੇਂ ਸਾਲ ਵਿੱਚ ਹੋਇਆ। ਪਵਿੱਤਰ ਬਾਈਬਲ ਜੀ ਦੇ ਪੁਰਾਣਾ ਨੇਮ ਵਿੱਚੋਂ ਧੰਨਵਾਦ ਸਹਿਤ ਪ੍ਰਾਪਤ ਕੀਤਾ ਇਹ ਲੇਖ। ਮੂਸਾ ਜੀ ਯਹੂਦੀ ਧਰਮ ਦੇ ਬਾਨੀ ਹਨ। ਮੂਸਾ ਜੀ ਦੀ ਧਰਮ ਪੁਸਤਕ ਦਾ ਨਾਮ ਤੌਰੀਤ ਹੈ। ਮੂਸਾ ਜੀ ਦੀ ਕੁੱਲ ਉਮਰ 120 ਸਾਲ ਹੋਈ। ਮੂਸਾ ਜੀ ਆਦਮ ਜੀ ਦੀ 26ਵੀਂ ਪੀੜ੍ਹੀ ਹੈ। ਮੂਸਾ ਜੀ ਦੇ ਜਨਮ ਪਿੱਛੋਂ ਅਤੇ ਈਸਾ ਜੀ ਦੇ ਜਨਮ ਤੋਂ ਪਹਿਲੇ ਖੁਦਾ ਵੱਲੋਂ ਨਬੀਆਂ ਰਾਹੀਂ ਪ੍ਰਜਾ ਲਈ ਜੋ ਹੁਕਮ ਨਾਜ਼ਲ ਹੋਏ ਉਹਨਾਂ ਹੁਕਮਾਂ ਦੇ ਸੰਗ੍ਰਹਿ ਰੂਪੀ ਪੁਸਤਕ ਨੂੰ ਜ਼ਬੂਰ ਕਿਹਾ ਜਾਂਦਾ ਹੈ। ਮੂਸਾ ਜੀ ਦੇ ਜਨਮ ਤੋਂ 1575 ਸਾਲ ਮਗਰੋਂ ਈਸਾ ਜੀ ਦਾ ਜਨਮ ਹੋਇਆ। ਇਹ ਲੇਖ ਤੁਲਨਾਤਮਿਕ ਪੁਸਤਕ ਵਿੱਚੋਂ ਧੰਨਵਾਦ ਸਹਿਤ ਪ੍ਰਾਪਤ ਕੀਤਾ ਇਹ ਲੇਖ। ਮੱਤੀ ਦੀ ਅੰਜੀਲ ਪ੍ਰਭੂ ਯਿਸੂ ਮਸੀਹ ਜੀ ਦੀ ਕੁਲਪੱਤਰੀ ਅਤੇ ਜਨਮ। ਵੱਡਾ ਬਚਨ 1, ਛੋਟਾ ਬਚਨ 2 ਤੋਂ 16 ਤੱਕ ਦਾ ਇਹ ਲੇਖ ਹੈ। ਅਬਰਾਹਾਮ ਦਾ ਪੁੱਤਰ ਇਸਹਾਕ ਦਾ ਪੁੱਤਰ ਯਾਕੂਬ ਦੇ 2 ਪੁੱਤਰ ਲੇਵੀ ਅਤੇ ਯਹੂਦਾ। ਲੇਵੀ ਦੀ ਅੰਸ਼ ਵਿੱਚੋਂ ਮੂਸਾ ਜੀ ਅਤੇ ਯਹੂਦਾ ਜੀ ਦੀ ਅੰਸ਼ ਵਿੱਚੋਂ ਈਸਾ ਜੀ ਹੋਏ। ਯਾਕੂਬ ਦਾ ਪੁੱਤਰ ਯਹੂਦਾ ਦਾ ਪੁੱਤਰ ਫਰਸ਼ ਦਾ ਪੁੱਤਰ ਹਸਰੋਨ ਦਾ ਪੁੱਤਰ ਰਾਮ ਦਾ ਪੁੱਤਰ ਅਮੀਨਾਦਾਬ ਦਾ ਪੁੱਤਰ ਨਹਸੋਨ ਦਾ ਪੁੱਤਰ ਬੋਅਜ ਦਾ ਪੁੱਤਰ ਓਬੇਦ ਦਾ ਪੁੱਤਰ ਜੱਸੀ ਦਾ ਪੁੱਤਰ ਦਾਊਦ ਦਾ ਪੁੱਤਰ ਸੁਲੇਮਾਨ ਦਾ ਪੁੱਤਰ ਰਹਿਬੋਆਮ ਦਾ ਪੁੱਤਰ ਅਬੀਜਾ ਦਾ ਪੁੱਤਰ ਆਸਾ ਦਾ ਪੁੱਤਰ ਯਹੋਸ਼ਾਫਾਟ ਦਾ ਪੁੱਤਰ ਜੋਰਾਮ ਦਾ ਪੁੱਤਰ ਉਜੀਜਾ ਦਾ ਪੁੱਤਰ ਜੋਥਾਮ ਦਾ ਪੁੱਤਰ ਆਹਾਜ ਦਾ ਪੁੱਤਰ ਹਿਜਕੀਯਾਹ ਦਾ ਪੁੱਤਰ ਮਨਸਾਹ ਦਾ ਪੁੱਤਰ ਆਮੋਨ ਦਾ ਪੁੱਤਰ ਜੋਸ਼ੀਜਾ ਦਾ ਪੁੱਤਰ ਜਕਾਨਜਾ ਦਾ ਪੁੱਤਰ ਸਿਆਲਤੀਏਲ ਦਾ ਪੁੱਤਰ ਜਰੂਬਾਬਲ ਦਾ ਪੁੱਤਰ ਅਬੀਹੂਦ ਦਾ ਪੁੱਤਰ ਅਲਿਆਕੀਮ ਦਾ ਪੁੱਤਰ ਆਜੋਰ ਦਾ ਪੁੱਤਰ ਸਾਦੋਕ ਦਾ ਪੁੱਤਰ ਜਾਕੀਨ ਦਾ ਪੁੱਤਰ ਅਲੀਹੂਦ ਦਾ ਪੁੱਤਰ ਅੱਲਾਜ਼ਾਰ ਦਾ ਪੁੱਤਰ ਮਾਥਾਨ ਦਾ ਪੁੱਤਰ ਯੂਸਫ ਮਾਥਾਨ ਦਾ ਪੁੱਤਰ ਯਾਕੂਬ ਦਾ ਪੁੱਤਰ ਯੂਸਫ ਦਾ ਪੁੱਤਰ ਯਿਸੂ ਮਸੀਹ ਜੀ ਹੋਏ ਹਨ। ਪਵਿੱਤਰ ਬਾਈਬਲ ਜੀ ਦੇ ਨਵੇਂ ਨੇਮ ਵਿੱਚੋਂ ਧੰਨਵਾਦ ਸਹਿਤ ਪ੍ਰਾਪਤ ਕੀਤਾ ਇਹ ਲੇਖ। ਆਦਮ ਜੀ ਤੋਂ 60ਵੀਂ ਪੀੜ੍ਹੀ ਹੈ ਯਿਸੂ ਮਸੀਹ ਜੀ। ਆਦਮ ਜੀ ਦੇ ਜਨਮ ਸਾਲ ਤੋਂ ਮੂਸਾ ਜੀ ਦਾ ਜਨਮ 2410ਵੇਂ ਸਾਲ 'ਚ ਹੋਇਆ। ਮੂਸਾ ਜੀ ਦੇ ਜਨਮ ਸਾਲ ਤੋਂ ਈਸਾ ਜੀ ਦਾ ਜਨਮ 1575 ਸਾਲ ਮਗਰੋਂ ਹੋਇਆ।
ਆਦਮ ਜੀ ਦੇ ਜਨਮ ਸਾਲ ਤੋਂ ਈਸਾ ਜੀ ਦਾ ਜਨਮ ਸਾਲ 3985ਵਾਂ ਸਾਲ ਸੀ। ਈਸਾ ਜੀ ਦੇ ਪਿਤਾ ਯੂਸਫ ਜੀ, ਮਾਤਾ ਮਰੀਮ ਜੀ, ਅਸਥਾਨ ਯਰੂਸ਼ਲਮ ਦਾਊਦ ਜੀ ਦੇ ਘਰਾਣੇ ਵਿੱਚ ਅੱਜ ਤੋਂ 2021 ਸਾਲ ਪਹਿਲੇ ਹੋਇਆ ਸੀ। 3985 ਵਿੱਚ 2021 ਸਾਲ ਜਮ੍ਹਾਂ ਕੀਤੇ ਤਾਂ ਬਾਬਾ ਆਦਮ ਜੀ ਦਾ ਜਨਮ ਅੱਜ ਤੋਂ 6006 ਸਾਲ ਬਣੇ ਜੀ। ਅੱਜ ਤੋਂ 6006 ਸਾਲ ਬਣੇ ਜੀ। 1 ਜਨਵਰੀ 2022 ਨੂੰ ਸ਼ੁਰੂ ਹੋਵੇਗਾ 6007ਵਾਂ ਸਾਲ। ਸਮੂਹ ਯਿਸੂ ਮਸੀਹ ਜੀ ਦੇ ਸ਼ਰਧਾਲੂਓ, ਬਲਵੀਰ ਸਿੰਘ ਸ਼ੌਂਕੀ ਵੱਲੋਂ ਕਰੋ ਕਬੂਲ ਸਲਾਮ। ਦੋਹਰਾ ਨਮਸਕਾਰ ਹੈ ਮੇਰੀ ਗੁਰ ਜੀ, ਤੋਏ ਚਰਨਾਂ ਦੇ ਪਾਸ। ਨਮਸਕਾਰ ਹੈ ਮੇਰੀ ਗੁਰ ਜੀ, ਤੋਏ ਚਰਨਾਂ ਦੇ ਪਾਸ। ਭੂਲ ਹੋਏ ਤਾਂ ਬਖਸ਼ ਲਓ ਗੁਰ ਜੀ, ਸ਼ੌਂਕੀ ਦੀ ਅਰਦਾਸ। ਭੂਲ ਹੋਏ ਤਾਂ ਬਖਸ਼ੋ ਗੁਰ ਜੀ, ਸ਼ੌਂਕੀ ਦੀ ਅਰਦਾਸ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।